Hello students, welcome to another session of online education. Before introducing today's topic to you, I would like you to do an activity. Students, as you can see on screen, we have different kind of beautiful and colored flowers. You have to pick and count red roses. Be careful, only red colored roses. Quickly, take 15 seconds and count the flowers. Your time starts now. Students, pick only red colored flowers. Time is up, and let us see how many flowers, how many red roses do we have in this picture. 1, 2, 3, 4, 5, 6, 7, 8, 9, 10, 11, 12, 13, 14, 15. Approximately 15 red roses. So we have approximately 15 red roses. Now let us go to flashback. We had a picture of different colored flowers. Our activity was to pick only red roses. Neither yellow nor black, neither lotus nor sunflower. We had to count only red colored roses. So our today's topic is similar with this activity. From a given passage, we have to pick only main points and their subpoints. Yes, our today's topic is note making. I am Aman Agarwal, your English teacher from Government Secondary School for Girls, Khalakalan, District Mansa. Today we will discuss the topic note making for class 10th. Firstly, we will start from what is a note. A note is brief record of points and ideas written down as an aid to memory. ਕਿਸੇ ਵੀ ਪੁਆਇੰਟ ਨੂੰ ਜਾਂ ਕਿਸੇ ਵੀ ਆਈਡੀਆ ਨੂੰ ਜਦੋਂ ਅਸੀਂ ਬਰੀਫ ਦੇ ਵਿੱਚ ਲਿਖਦੇ ਹਾਂ ਜਾਂ ਰਿਕਾਰਡ ਕਰਦੇ ਹਾਂ ਉਸ ਨੂੰ ਨੋਟ ਬੋਲਦੇ ਹਾਂ। ਜਿਸ ਤਰ੍ਹਾਂ ਆਪਾਂ ਡਾਇਰੀ ਨੋਟਸ ਲਿਖਦੇ ਹਾਂ ਜਾਂ ਹੋਮਵਰਕ ਲਿਖਦੇ ਹਾਂ। ਆਪਣਾ ਹੋਮਵਰਕ ਬਹੁਤਾ ਲੰਬਾ ਚੌੜਾ ਨਹੀਂ ਹੁੰਦਾ, ਉਸ ਨੂੰ ਆਪਾਂ ਸਿਰਫ ਇੱਕ ਲਾਈਨ ਦੇ ਵਿੱਚ ਹੀ ਲਿਖਦੇ ਹਾਂ। Revise chapter number 5. Revise the question answers of chapter number 5. So note is a brief record of points and ideas written down as an aid to memory. ਜਿਸ ਨੂੰ ਅਸੀਂ ਬਾਅਦ ਦੇ ਵਿੱਚ ਰੀਡ ਕਰਕੇ ਆਈਡੀਆ ਨੂੰ ਸਮਝ ਲੈਂਦੇ ਹਾਂ। What is note making? This is helpful to all who wants to compress a large piece of information into brief, organized, summarized piece which can be referred to as when required. When sometimes we are not able to learn long questions of SS or science or English, we start making notes. ਜਦ ਵੀ ਕਦੀ ਸਾਨੂੰ ਇਹ ਫੀਲ ਹੁੰਦਾ ਹੈ ਕਿ ਅਸੀਂ SS ਦੇ ਜਾਂ ਸਾਇੰਸ ਦੇ ਜਾਂ ਇੰਗਲਿਸ਼ ਦੇ ਲੌਂਗ ਕੁਐਸਚਨਸ ਲਰਨ ਨਹੀਂ ਕਰ ਪਾ ਰਹੇ ਤਾਂ ਅਸੀਂ ਉਹਨਾਂ ਦੇ ਮੇਨ ਪੁਆਇੰਟਸ ਬਣਾ ਲੈਂਦੇ ਹਾਂ। ਮੇਨ ਪੁਆਇੰਟਸ ਦੇ ਵਿੱਚ ਅਸੀਂ ਉਹਨਾਂ ਦੇ ਸਬ ਪੁਆਇੰਟਸ ਲਿਖ ਲੈਂਦੇ ਹਾਂ। ਉਹ ਨੋਟਸ ਨੇ ਜਿਹੜੇ ਉਹ ਅਸੀਂ ਆਪਣੀ ਕਨਵੀਨੀਅੰਸ ਦੇ ਅਕੋਰਡਿੰਗਲੀ ਬਣਾ ਲੈਂਦੇ ਹਾਂ ਕਿ ਜਦ ਵੀ ਲੇਟਰ ਔਨ 1 ਮਹੀਨੇ ਬਾਅਦ ਜਾਂ ਡਿਊਰਿੰਗ ਐਗਜ਼ਾਮਸ ਅਸੀਂ ਉਹਨਾਂ ਮੇਨ ਪੁਆਇੰਟਸ ਨੂੰ ਰੀਡ ਕਰਦੇ ਹਾਂ ਤਾਂ ਕੁਇਕਲੀ ਅਸੀਂ ਉਸ ਦੀ ਡਿਟੇਲ ਰਿਕਾਲ ਕਰ ਲੈਂਦੇ ਹਾਂ। ਤਾਂ ਇਸ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ? ਨੋਟ ਮੇਕਿੰਗ। ਕਿਸੇ ਵੀ ਵੱਡੇ ਪੈਸੇਜ ਨੂੰ ਜਦੋਂ ਅਸੀਂ ਪੈਟਰਨਾਈਜ਼ਡ ਵੇ ਦੇ ਵਿੱਚ ਬਰੀਫ ਕਰਕੇ ਲਿਖ ਲੈਂਦੇ ਹਾਂ ਅਤੇ ਫਰਦਰ ਫਿਊਚਰ ਦੇ ਵਿੱਚ ਲੋੜ ਪੈਣ 'ਤੇ ਉਸ ਨੂੰ ਰੀਡ ਕਰਦੇ ਹਾਂ ਜਾਂ ਰੈਫਰ ਕਰਦੇ ਹਾਂ ਤਾਂ ਉਸ ਨੂੰ ਅਸੀਂ ਨੋਟ ਮੇਕਿੰਗ ਕਹਿੰਦੇ ਹਾਂ। ਵਾਈ ਨੋਟ ਮੇਕਿੰਗ? ਵਾਈ ਡੂ ਵੀ ਨੀਡ ਨੋਟ ਮੇਕਿੰਗ? ਸਾਨੂੰ ਨੋਟ ਮੇਕਿੰਗ ਦੀ ਲੋੜ ਕਿਉਂ ਪੈਂਦੀ ਹੈ? ਕੈਨੋਟ ਰਿਮੈਂਬਰ ਹਿਊਜ ਪੈਸੇਜਸ ਬਿਕੋਜ਼ ਅਸੀਂ ਇੱਕਦਮ ਬਹੁਤ ਵੱਡੇ ਕੁਐਸਚਨ ਆਨਸਰਸ ਜਾਂ ਪੈਰਾਗ੍ਰਾਫਸ ਜਾਂ ਐਸੇ ਲਰਨ ਨਹੀਂ ਕਰ ਪਾਉਂਦੇ ਤਾਂ ਅਸੀਂ ਉਹਨਾਂ ਦੇ ਨੋਟਸ ਬਣਾ ਲੈਂਦੇ ਹਾਂ। ਕਿਸੇ ਵੀ ਪ੍ਰੋਬਲਮ ਦੇ ਕਾਜ਼ਸ ਕੀ ਹਨ, ਉਹਦੇ ਨੁਕਸਾਨ ਕੀ ਹਨ ਜਾਂ ਉਹਦੀਆਂ ਪ੍ਰੀਵੈਂਸ਼ਨਸ ਕੀ ਹਨ, ਉਹਦੇ ਸੋਲਿਊਸ਼ਨਸ ਕੀ ਹਨ, ਜਦੋਂ ਅਸੀਂ ਉਹਨਾਂ ਦੇ ਪੁਆਇੰਟਸ ਅਤੇ ਸਬ ਪੁਆਇੰਟਸ ਬਣਾ ਲੈਂਦੇ ਹਾਂ ਤਾਂ ਉਹ ਇੱਕਦਮ ਚੀਜ਼ ਸਾਡੇ ਦਿਮਾਗ ਦੇ ਵਿੱਚ ਸੇਵ ਹੋ ਜਾਂਦੀ ਹੈ ਅਤੇ ਉਸ ਦੇ ਸਬ ਪੁਆਇੰਟਸ ਤੋਂ ਮੇਨ ਪੁਆਇੰਟਸ ਉਹਨਾਂ ਦੀ ਡਿਟੇਲ ਲਿਖਣੀ ਆਪਾਂ ਨੂੰ ਈਜ਼ੀ ਹੋ ਜਾਂਦੀ ਹੈ। ਰਿਟੇਨ ਇੰਪੋਰਟੈਂਟ ਪੁਆਇੰਟਸ। ਸਾਨੂੰ ਉਸ ਪੈਸੇਜ ਦੇ ਜਾਂ ਉਸ ਕੁਐਸਚਨ ਦੇ ਜੋ ਇੰਪੋਰਟੈਂਟ ਪੁਆਇੰਟਸ ਨੇ ਉਹ ਸਮਝ ਆ ਜਾਂਦੇ ਹਨ ਕਿਉਂਕਿ ਜਦ ਵੀ ਅਸੀਂ ਕਿਸੇ ਲੌਂਗ ਪੈਸੇਜ ਦੀ ਨੋਟ ਮੇਕਿੰਗ ਕਰਾਂਗੇ ਤਾਂ ਓਬਵੀਅਸਲੀ ਆਪਾਂ ਨੂੰ ਉਸ ਦੇ ਮੇਨ ਪੁਆਇੰਟਸ ਅਤੇ ਉਸ ਦੇ ਸਬ ਪੁਆਇੰਟਸ ਅਲੱਗ ਲਿਖਣੇ ਪੈਣਗੇ ਤਾਂ ਉਸ ਦੇ ਲਈ ਅਸੀਂ ਉਹਦੀ ਡਿਟੇਲ ਰੀਡਿੰਗ ਕਰਾਂਗੇ। ਡਿਟੇਲ ਰੀਡਿੰਗ ਕਰਨ ਤੋਂ ਬਾਅਦ ਸਾਨੂੰ ਸਮਝ ਆਏਗਾ ਕਿ ਇਸ ਦੇ ਮੇਨ ਪੁਆਇੰਟਸ ਕੀ ਹਨ।
ਕੈਨ ਬੀ ਐਕਸਪੈਂਡਡ ਵੈਨ ਨੀਡਡ। ਨੋਟ ਮੇਕਿੰਗ ਦਾ ਸਭ ਤੋਂ ਵਧੀਆ ਫਾਇਦਾ ਕੀ ਹੈ ਕਿ ਅਸੀਂ ਮੇਨ ਪੁਆਇੰਟਸ ਅਤੇ ਸਬ ਪੁਆਇੰਟਸ ਨੂੰ ਲਿਖ ਲੈਂਦੇ ਹਾਂ ਅਤੇ ਬਾਅਦ ਦੇ ਵਿੱਚ ਲੇਟਰ ਔਨ ਲੋੜ ਪੈਣ 'ਤੇ ਮਹੀਨੇ ਬਾਅਦ 2 ਮਹੀਨੇ ਬਾਅਦ ਜਾਂ ਡਿਊਰਿੰਗ ਐਗਜ਼ਾਮਸ ਜਦੋਂ ਵੀ ਅਸੀਂ ਉਹਨਾਂ ਮੇਨ ਪੁਆਇੰਟਸ ਨੂੰ ਰੀਡ ਕਰਾਂਗੇ ਰਿਵਾਈਜ਼ ਕਰਾਂਗੇ ਵੀ ਵਿਲ ਕੁਇਕਲੀ ਬੀ ਏਬਲ ਟੂ ਰਿਕੋਲ ਦ ਡਿਟੇਲ ਆਫ ਪੁਆਇੰਟਸ ਐਂਡ ਦ ਸਬ ਪੁਆਇੰਟਸ। ਨੈਕਸਟ ਵੀ ਵਿਲ ਡਿਸਕਸ ਬੈਨੀਫਿਟਸ ਆਫ ਨੋਟ ਮੇਕਿੰਗ। ਨੋਟ ਮੇਕਿੰਗ ਦੇ ਫਾਇਦੇ ਕੀ ਹਨ? First benefit of note making is it increases the ability to focus. Effective note making helps you maintain your focus. जब ਅਸੀਂ ਪੈਸੇਜ ਨੂੰ ਧਿਆਨ ਨਾਲ ਰੀਡ ਕਰਾਂਗੇ ਕੁਐਸਚਨਸ ਨੂੰ ਧਿਆਨ ਨਾਲ ਰੀਡ ਕਰਾਂਗੇ ਤਾਂ ਓਬਵੀਅਸਲੀ ਸਾਡਾ ਜਿਹੜਾ ਫੋਕਸ ਹੈ ਉਹ ਮੇਨਟੇਨ ਰਹੇਗਾ। when you have read the passage carefully you will be able to discuss the topic later on with your teachers or any other student. Second is it increases your memory. Obviously when you read the passage carefully again and again to note down the main points it will improve your memory. ਜਦੋਂ ਤੁਸੀਂ ਪੈਸੇਜ ਦੇ ਮੇਨ ਪੁਆਇੰਟਸ ਨੋਟ ਕਰਨ ਦੇ ਲਈ ਉਸਨੂੰ ਬਾਰ-ਬਾਰ ਰੀਡ ਕਰੋਗੇ ਤਾਂ you will be able to learn the passage or it will improve your memory. Next is it increases creativity. Students it will increase your creativity. ਸਮਟਾਈਮਸ ਕੀ ਹੁੰਦਾ ਹੈ ਕਿ ਅਸੀਂ ਕਿਸੇ ਪੈਸੇਜ ਦੇ ਵਿੱਚੋਂ ਉਹ ਮੇਨ ਪੁਆਇੰਟਸ ਜਾਂ ਉਹ ਸਬ ਪੁਆਇੰਟਸ ਨੋਟ ਕਰ ਪਾਉਂਦੇ ਹਾਂ ਜੋ ਕਿਸੇ ਨੇ ਹੋਰ ਨੋਟ ਨਹੀਂ ਕੀਤੇ ਹੁੰਦੇ। ਤੁਸੀਂ ਉਸਨੂੰ ਆਪਣੇ ਤਰੀਕੇ ਨਾਲ ਐਕਸਪਲੋਰ ਕਰੋਗੇ ਆਪਣੇ ਤਰੀਕੇ ਨਾਲ ਉਸਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਮੈਂ ਇਹੋ ਜਿਹਾ ਪੁਆਇੰਟ ਬਣਾਵਾਂ ਇਹੋ ਜਿਹੇ ਸਬ ਪੁਆਇੰਟਸ ਲਿਖਾਂ ਜੋ ਮੈਨੂੰ ਲੇਟਰ ਸਮਝ ਆ ਸਕਣ ਜਿਸ ਦੇ ਨਾਲ ਮੈਨੂੰ ਇਹ ਪੈਸੇਜ ਫਿਊਚਰ ਦੇ ਵਿੱਚ ਈਜ਼ੀਲੀ ਯਾਦ ਰਹੇ। Since the beginning we have been talking about the main points and the sub points and this is the format of note making. Firstly we will write the title, then main points number 1, number 2, number 3, then the sub points of the main points A, B, C, D, then the numbering of sub points of the sub points. Let us have a sample of note making. Let me quickly read the paragraph for you. Soil erosion caused by wind and rain can change land by wearing down mountains, creating valleys, making rivers appear and disappear. It is a slow and gradual process that takes thousands, even millions of years, but erosion may be speeded up greatly by human activities such as farming and mining. Soil develops very slowly over a long period of time, but cannot be lost too quickly. The clearing of land for farming, residential and commercial use can quickly destroy soil. It speeds up the process of erosion by leaving soil exposed and also prevents development of new soil by removing the plants and animals that help build humus. Today's farmers try to farm in a way that reduces the amount of erosion and soil loss. They may plant cover crops or use a no-till method of farming. Soil is an important resource that we all must protect. Without soil, there is no life. Firstly, read the passage very carefully. इस passage ਨੂੰ ਧਿਆਨ ਨਾਲ ਤੁਸੀਂ ਰੀਡ ਕਰਨਾ ਹੈ। ਫਸਟ ਰੀਡਿੰਗ ਦੇ ਉੱਪਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਪੈਸੇਜ ਸਾਨੂੰ ਸੋਇਲ ਬਾਰੇ ਐਨੀਮਲਸ ਬਾਰੇ ਪਲਾਂਟਸ ਬਾਰੇ ਕੁਝ ਕਹਿ ਰਿਹਾ ਹੈ ਬਟ ਵੈਨ ਯੂ ਕੇਅਰਫੁਲੀ ਰੀਡ ਦ ਪੈਸੇਜ ਯੂ ਵਿਲ ਡੈਫੀਨੇਟਲੀ ਕਮ ਟੂ ਨੋ ਦੈਟ ਦਿਸ ਪੈਸੇਜ ਟਾਕਸ ਅਬਾਊਟ ਸੋਇਲ ਇਰੋਸ਼ਨ। ਤਾਂ ਇਸ ਵਿੱਚ ਆਪਾਂ ਨੂੰ ਦੱਸਿਆ ਗਿਆ ਹੈ ਕਿ ਜੋ ਮਿੱਟੀ ਹੈ ਉਸ ਦੀ ਉਪਜਾਊ ਸ਼ਕਤੀ ਬਣਨ ਦੇ ਵਿੱਚ ਹਜ਼ਾਰਾਂ ਲੱਖਾਂ ਸਾਲ ਲੱਗ ਜਾਂਦੇ ਹਨ ਪਰ ਮਿੱਟੀ ਖਤਮ ਹੋਣ ਦੇ ਵਿੱਚ ਸਮਾਂ ਬਹੁਤ ਘੱਟ ਲੱਗਦਾ ਹੈ। ਮਿੱਟੀ ਦੇ ਖਤਮ ਹੋਣ ਦੀ ਜਾਂ ਉਪਜਾਊ ਸ਼ਕਤੀ ਦੇ ਖਤਮ ਹੋਣ ਦੇ ਨੈਚੁਰਲ ਕਾਰਨ ਵੀ ਹਨ ਅਤੇ ਹਿਊਮਨ ਕਾਰਨ ਵੀ ਹਨ। ਐਨੀਮਲਸ ਨੂੰ ਜਾਂ ਪਲਾਂਟਸ ਨੂੰ ਹਟਾਏ ਜਾਣ ਨਾਲ ਸੋਇਲ ਇਰੋਜਨ ਜ਼ਿਆਦਾ ਹੋ ਜਾਂਦੀ ਹੈ ਜਾਂ ਜਦੋਂ ਵੀ ਬਿਲਡਿੰਗਸ ਬਣਾਉਣ ਦੇ ਲਈ ਅਸੀਂ ਫੋਰੈਸਟਸ ਨੂੰ ਜਾਂ ਐਗਰੀਕਲਚਰ ਲੈਂਡ ਨੂੰ ਖ਼ਤਮ ਕਰ ਦਿੰਦੇ ਹਾਂ ਤਾਂ ਉਸ ਦੇ ਨਾਲ ਵੀ ਸੋਇਲ ਹੈ ਜਿਹੜੀ ਉਹ ਖ਼ਰਾਬ ਹੁੰਦੀ ਹੈ। ਤਾਂ ਜਿਹੜੇ ਅੱਜ ਕੱਲ੍ਹ ਦੇ ਫਾਰਮਰਸ ਨੇ ਉਹਨਾਂ ਨੂੰ ਸੋਇਲ ਇਰੋਜਨ ਦੀ ਅਮਾਊਂਟ ਨੂੰ ਘਟਾਉਣਾ ਚਾਹੀਦਾ ਹੈ ਬਿਕੋਜ਼ ਸੋਇਲ ਇਜ਼ ਵੈਰੀ ਇੰਪੋਰਟੈਂਟ ਫॉर ਆਵਰ ਲਾਈਫ। ਵਿਦਾਊਟ ਸੋਇਲ ਦੇਰ ਇਜ਼ ਨੋ ਲਾਈਫ। ਸੋਇਲ ਤੋਂ ਬਿਨਾਂ ਲਾਈਫ ਪੋਸੀਬਲ ਨਹੀਂ ਹੈ। ਨਾਓ ਵੀ ਵਿਲ do the note making of this passage. Firstly, we will write the title, that is soil erosion. Then main point, causes. Causes of soil erosion, we have two causes of soil erosion. One is natural cause and second is human cause. Under natural cause we have wind or rain. Under human, clearing land for farming, residential use and commercial use. Then soil erosion कितना होती है?
when soil is exposed by removing plants and animals. Third point is prevention. Under third point we have two subpoints: planting cover crops and using no-till method of farming. ਧਿਆਨ ਦਿਓ ਬੱਚੋ, ਇਸ ਦੇ ਵਿੱਚ ਅਸੀਂ ਮੇਨ ਪੁਆਇੰਟਸ ਕੱਢੇ ਹਨ, ਜਿਸ ਨੂੰ ਅਸੀਂ 1 2 3 ਦੀ ਨੰਬਰਿੰਗ ਦਿੱਤੀ ਹੈ। ਮੇਨ ਪੁਆਇੰਟਸ ਤੋਂ ਬਾਅਦ ਉਹਨਾਂ ਦੇ ਸਬ ਪੁਆਇੰਟਸ A ਐਂਡ B, ਉਸ ਤੋਂ ਬਾਅਦ ਸਬ ਪੁਆਇੰਟਸ ਦੇ ਸਬ ਪੁਆਇੰਟਸ, ਜਿਨ੍ਹਾਂ ਨੂੰ ਅਸੀਂ 1 2 3 ਫਰਦਰ ਨੰਬਰਿੰਗ ਦੇ ਸਕਦੇ ਹਾਂ। ਡੂਜ਼ ਆਫ ਨੋਟ ਮੇਕਿੰਗ, ਕਿਹੜੇ ਉਹ ਪੁਆਇੰਟਸ ਨੇ ਜਾਂ ਕਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਤੁਸੀਂ ਨੋਟਸ ਬਣਾਉਣ ਦੌਰਾਨ ਧਿਆਨ ਵਿੱਚ ਰੱਖਣੀਆਂ ਹੈ। ਰਾਈਟ ਔਨ ਓਨਲੀ ਵਨ ਸਾਈਡ ਆਫ ਸ਼ੀਟ, ਸ਼ੀਟ ਦੀ ਹਮੇਸ਼ਾ ਇੱਕ ਸਾਈਡ 'ਤੇ ਹੀ ਲਿਖੋ। ਕਿਉਂ? ਕਿਉਂਕਿ ਜੇ ਤੁਸੀਂ ਮੇਨ ਪੁਆਇੰਟਸ ਲਿਖਦੇ ਹੋ ਜਾਂ ਸਬ ਪੁਆਇੰਟਸ ਲਿਖਦੇ ਹੋ, ਕਈ ਵਾਰ ਲੇਟਰ ਔਨ ਤੁਹਾਡੇ ਦਿਮਾਗ ਦੇ ਵਿੱਚ ਕੋਈ ਹੋਰ ਨਵਾਂ ਪੁਆਇੰਟ ਐਡ ਹੋ ਜਾਂਦਾ ਤਾਂ ਉਸ ਨੂੰ ਤੁਸੀਂ ਪੇਪਰ ਦੇ ਉੱਪਰ ਵੀ ਐਡ ਕਰ ਸਕੋ। ਇਸ ਲਈ ਹਮੇਸ਼ਾ ਆਪਣੇ ਪੁਆਇੰਟਸ ਜਾਂ ਸਬ ਪੁਆਇੰਟਸ ਤੋਂ ਬਾਅਦ ਸਪੇਸ ਬਚਾ ਕੇ ਰੱਖਣੀ ਹੈ। ਕੈਪਚਰ ਆਈਡੀਆਜ਼ ਐਜ਼ ਵੈਲ ਐਜ਼ ਫੈਕਟਸ, ਕੀਪ ਯੋਰ ਨੋਟ ਔਰਗੇਨਾਈਜੇਸ਼ਨ ਸਿੰਪਲ। ਉਸ ਦੇ ਵਿੱਚ ਜੋ ਆਈਡੀਆਜ਼ ਨੇ ਔਰ ਜੋ ਉਸ ਦੇ ਵਿੱਚ ਫੈਕਟਸ ਨੇ, ਫੈਕਟਸ ਮਤਲਬ ਜੋ ਵੀ ਉਸ ਦੇ ਵਿੱਚ ਡਾਟਾ ਹੈ ਉਸ ਨੂੰ ਵੀ ਤੁਸੀਂ ਲਿਖਣਾ ਹੈ, ਅਤੇ ਜੋ ਉਸ ਦੇ ਵਿੱਚ ਆਈਡੀਆਜ਼ ਦਿੱਤੇ ਨੇ, ਰਾਈਟਰ ਕੀ ਕਹਿਣਾ ਚਾਹੁੰਦਾ ਹੈ, ਉਸ ਨੂੰ ਵੀ ਤੁਸੀਂ ਐਡ ਕਰਨਾ ਹੈ। ਆਪਣੀ ਨੋਟ ਔਰਗੇਨਾਈਜੇਸ਼ਨ ਨੂੰ ਤੁਸੀਂ ਸਿੰਪਲ ਰੱਖਣਾ ਹੈ। ਤੁਸੀਂ ਉਸ ਨੂੰ ਇੰਨਾ ਜ਼ਿਆਦਾ ਕੰਪਲੈਕਸ ਨਹੀਂ ਕਰ ਲੈਣਾ ਕਿ ਉਹ ਤੁਹਾਨੂੰ ਬਾਅਦ ਦੇ ਵਿੱਚ ਸਮਝ ਹੀ ਨਾ ਆਵੇ ਕਿ ਕਿਹੜਾ ਮੇਨ ਪੁਆਇੰਟ ਹੈ ਜਾਂ ਕਿਹੜਾ ਸਬ ਪੁਆਇੰਟ ਹੈ। ਇਸ ਲਈ ਉਹਨੂੰ ਵੈਲ ਔਰਗੇਨਾਈਜ਼ਡ ਐਂਡ ਸਿੰਪਲ ਰੱਖਣਾ ਹੈ। ਸਕਿਪ ਲਾਈਨਸ, ਲੀਵ ਸਪੇਸਿਸ ਬਿਟਵੀਨ ਮੇਨ ਆਈਡੀਆਜ਼। ਅਗੇਨ ਆਪਣੇ ਮੇਨ ਆਈਡੀਆਜ਼ ਤੋਂ ਬਾਅਦ ਤੁਸੀਂ ਸਪੇਸ ਹੈ ਜਿਹੜੀ ਉਹ ਛੱਡਣੀ ਹੈ, ਕਿਉਂਕਿ ਲੇਟਰ ਔਨ ਜੇ ਤੁਹਾਨੂੰ ਕੋਈ ਵੀ ਪੁਆਇੰਟ ਉਸ ਦੇ ਵਿੱਚ ਐਡ ਕਰਨਾ ਹੋਵੇ ਤਾਂ ਤੁਸੀਂ ਈਜ਼ੀਲੀ ਕਰ ਸਕੋ। ਡਿਵੈਲਪ ਯੋਰ ਓਨ ਐਬਰੀਵੀਏਸ਼ਨਸ ਐਂਡ ਸਿੰਬਲ, ਨੋਟ ਟੂ ਮੈਨੀ ਬਟ ਇਨਫ। ਤੁਸੀਂ ਇਸ ਦੇ ਵਿੱਚ ਆਪਣੀਆਂ ਐਬਰੀਵੀਏਸ਼ਨਸ ਔਰ ਆਪਣੇ ਸਿੰਬਲਸ ਵੀ ਐਡ ਕਰ ਸਕਦੇ ਹੋ। ਐਬਰੀਵੀਏਸ਼ਨਸ ਮਤਲਬ ਕਿਸੇ ਬਹੁਤੇ ਲੰਬੇ ਸਪੈਲਿੰਗ ਨੂੰ ਜਦੋਂ ਆਪਾਂ ਸ਼ਾਰਟ ਦੇ ਵਿੱਚ ਲਿਖ ਲੈਂਦੇ ਹਾਂ, ਲਾਈਕ ਮੈਕਸਿਮਮ ਹੈ ਉਸ ਨੂੰ MAX ਲਿਖਤਾ, ਮਿਨੀਮਮ ਹੈ ਉਸ ਨੂੰ MIN ਲਿਖਤਾ, ਤਾਂ ਕਿ ਲੇਟਰ ਔਨ ਤੁਸੀਂ ਇਸ ਨੂੰ ਡਿਵੈਲਪ ਕਰ ਸਕੋ। ਵੀ ਹੈਵ ਡੋਂਟਸ ਆਫ ਨੋਟ ਮੇਕਿੰਗ ਆਲਸੋ। ਕੀ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਨੋਟ ਮੇਕਿੰਗ ਵੇਲੇ ਨਹੀਂ ਕਰਨੀਆਂ ਚਾਹੀਦੀਆਂ। ਡੂ ਨਾਟ ਕਨਵਰਟ ਦ ਵਰਡਸ, ਕਦੀ ਵੀ ਜਿਹੜੇ ਵਰਡਸ ਨੇ ਉਹਨਾਂ ਨੂੰ ਚੇਂਜ ਨਾ ਕਰੋ ਆਪਣੇ ਤਰੀਕੇ ਨਾਲ, ਕਿਉਂਕਿ ਜਦੋਂ ਤੁਸੀਂ ਵਰਡ ਚੇਂਜ ਕਰ ਦੋਗੇ ਤਾਂ ਉਸ ਪੈਸੇਜ ਦਾ ਮੀਨਿੰਗ ਵੀ ਚੇਂਜ ਹੋ ਜਾਏਗਾ। ਡੂ ਨਾਟ ਲੁੱਕ ਫॉर ਫੈਕਟਸ ਓਨਲੀ, ਸਿਰਫ ਫੈਕਟਸ ਨਹੀਂ ਦੇਖਣੇ ਆਪਾਂ, ਸਿਰਫ ਉਹਦੇ ਵਿੱਚ ਡਾਟਾ ਨਹੀਂ ਦੇਖਣਾ ਕਿ ਬਈ ਇਹ ਲੜਾਈ ਕਦੋਂ ਹੋਈ ਜਾਂ ਉਸ ਬੰਦੇ ਦਾ ਜਨਮ ਕਦੋਂ ਹੋਇਆ। ਉਸ ਦੇ ਵਿੱਚ ਓਵਰਆਲ ਆਈਡੀਆ, ਉਸ ਦਾ ਥੀਮ ਕੀ ਹੈ, ਉਸ ਨੂੰ ਵੀ ਅਸੀਂ ਕੈਪਚਰ ਕਰਨਾ ਹੈ। ਅਵੋਇਡ ਯੂਜ਼ਿੰਗ ਰੋਮਨ ਨਿਊਮਰਲਸ, ਯੂ ਵਿਲ ਗੈਟ ਕਨਫਿਊਜ਼ਡ। ਰੋਮਨ ਨਿਊਮਰਲਸ ਨੂੰ ਲਿਖਣ ਤੋਂ ਗਰੇਜ਼ ਕਰੋ, ਕਿਉਂਕਿ ਅਸੀਂ ਕਨਫਿਊਜ਼ ਹੋ ਸਕਦੇ ਹਾਂ ਇਹਦੇ ਵਿੱਚ। ਅਵੋਇਡ ਟੂ ਮੈਨੀ ਐਬਰੀਵੇਸ਼ਨਸ, ਬਹੁਤ ਜ਼ਿਆਦਾ ਐਬਰੀਵੇਸ਼ਨਸ ਤੋਂ ਬਚੋ, ਕਿਉਂਕਿ ਇਸ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਨੈਵਰ ਯੂਜ਼ ਡਾਇਗਰਾਮਸ ਇਨ ਨੋਟ ਮੇਕਿੰਗ, ਨੋਟ ਮੇਕਿੰਗ ਦੇ ਵਿੱਚ ਅਸੀਂ ਡਾਇਗਰਾਮਸ ਨੂੰ ਹੀ ਨਹੀਂ ਯੂਜ਼ ਕਰਨਾ। ਡੂ ਨਾਟ ਰਿਪੀਟ ਐਨੀ ਇਨਫੋਰਮੇਸ਼ਨ, ਕਿਸੇ ਵੀ ਇਨਫੋਰਮੇਸ਼ਨ ਨੂੰ, ਕਿਸੇ ਵੀ ਇੱਕ ਆਈਡੀਆ ਨੂੰ ਬਾਰ-ਬਾਰ ਲਿਖਣ ਦੀ ਕੋਸ਼ਿਸ਼ ਨਾ ਕਰੋ। ਸੋ ਇਹ ਕੁਝ ਪੁਆਇੰਟਸ ਨੇ ਜਿਹੜੇ ਅਸੀਂ ਨੋਟ ਮੇਕਿੰਗ ਦੌਰਾਨ ਧਿਆਨ ਵਿੱਚ ਰੱਖਣੇ ਆ, ਜਿਨ੍ਹਾਂ ਨੂੰ ਅਸੀਂ ਅਵੋਇਡ ਕਰਨਾ ਹੈ। ਨਾਓ ਸਟੈਪਸ ਆਫ ਨੋਟ ਮੇਕਿੰਗ, ਅਸੀਂ ਨੋਟ ਮੇਕਿੰਗ ਕਿਸ ਤਰ੍ਹਾਂ ਕਰਨੀ ਹੈ। ਰੀਡ ਦ ਪੈਸੇਜ ਕੇਅਰਫੁਲੀ, ਟਰਾਈ ਟੂ ਗੈਟ ਦ ਥੀਮ ਐਂਡ ਸਬਜੈਕਟ ਆਫ ਦ ਪੈਸੇਜ। ਸਭ ਤੋਂ ਪਹਿਲਾਂ ਆਪਣੇ ਪੈਸੇਜ ਨੂੰ ਧਿਆਨ ਨਾਲ ਰੀਡ ਕਰੋ, ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਦਾ ਥੀਮ ਕੀ ਹੈ, ਉਸ ਦਾ ਸਬਜੈਕਟ ਕੀ ਹੈ। ਜਿੱਦਾਂ ਆਪਾਂ ਹੁਣ ਇੱਕ ਪੈਸੇਜ ਰੀਡ ਕੀਤਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਸਮਝ ਆ ਗਿਆ ਸੀ ਕਿ ਇਹ ਪੈਸੇਜ ਸੋਇਲ ਬਾਰੇ ਕੁਝ ਕਹਿ ਰਿਹਾ ਹੈ, ਸੋਇਲ ਇਰੋਜ਼ਨ ਬਾਰੇ ਕੁਝ ਕਹਿ ਰਿਹਾ ਹੈ। ਤਾਂ ਟਰਾਈ ਟੂ ਗੈਟ ਦ ਥੀਮ ਐਂਡ ਸਬਜੈਕਟ ਆਫ ਦ ਪੈਸੇਜ, ਪੈਸੇਜ ਨੂੰ ਧਿਆਨ ਨਾਲ ਚੰਗੀ ਤਰ੍ਹਾਂ ਰੀਡ ਕਰੋ। ਰੀਡ ਕੇਅਰਫੁਲੀ, ਆਈਡੈਂਟੀਫਾਈ ਐਂਡ ਅੰਡਰਲਾਈਨ ਮੇਨ ਆਈਡੀਆਜ਼ ਐਂਡ ਇੰਪੋਰਟੈਂਟ ਸਪੋਰਟਿੰਗ ਡਿਟੇਲਸ। ਜਦੋਂ ਤੁਸੀਂ ਉਸ ਨੂੰ ਰੀਡ ਕੀਤਾ ਹੈ ਤਾਂ ਉਸ ਦੇ ਵਿੱਚ ਜੋ ਮੇਨ ਪੁਆਇੰਟਸ ਹਨ, ਮੇਨ ਆਈਡੀਆਜ਼ ਹਨ, ਉਹਨਾਂ ਨੂੰ ਅੰਡਰਲਾਈਨ ਕਰ ਲਓ ਤਾਂ ਕਿ ਤੁਸੀਂ ਲੇਟਰ ਔਨ ਉਹਨਾਂ ਨੂੰ ਲਿਖ ਸਕੋ। ਮੇਕ ਨੋਟਸ ਆਫ ਮੇਨ ਆਈਡੀਆਜ਼ ਅੰਡਰ ਹੈਡਿੰਗਸ ਐਂਡ ਐਡ ਸਬ ਪੁਆਇੰਟਸ ਅੰਡਰ ਸਬ ਹੈਡਿੰਗਸ। ਮੇਨ ਪੁਆਇੰਟਸ ਲਿਖ ਲਓ, ਫਿਰ ਉਹਨਾਂ ਦੇ ਸਬ ਪੁਆਇੰਟਸ ਲਿਖ ਲਓ, ਦੈਨ ਉਹਨਾਂ ਦੇ ਸਬ ਪੁਆਇੰਟਸ ਦੇ ਸਬ ਪੁਆਇੰਟਸ ਲਿਖ ਲਓ। ਮਤਲਬ ਤੁਸੀਂ ਹਰੇਕ ਚੀਜ਼ ਦਾ ਹੈਡਿੰਗ ਬਣਾਉਣਾ। ਲਾਈਕ ਅਸੀਂ ਕਾਜ਼ਿਜ਼ ਦੇ ਹੈਡਿੰਗ ਬਣਾਈ ਸੀ, ਕਾਜ਼ਿਜ਼, ਫਿਰ ਉਸ ਤੋਂ ਬਾਅਦ ਨੈਚੁਰਲ ਐਂਡ ਹਿਊਮਨ ਕਾਜ਼ਿਜ਼, ਫਿਰ ਉਹਨਾਂ ਕਾਜ਼ਿਜ਼ ਦੀ ਅਸੀਂ ਡਿਟੇਲ ਲਿਖੀ ਸੀ। ਯੂਜ਼ ਰੈਕਗਨਾਈਜ਼ੇਬਲ ਐਬਰੀਵੀਏਸ਼ਨਸ ਵੇਅਰ ਐਵਰ ਪੋਸੀਬਲ। ਜੋ ਐਬਰੀਵੀਏਸ਼ਨਸ ਅਸੀਂ ਪਹਿਲਾਂ ਕਿਤੇ ਪੜ੍ਹੀਆਂ ਹੋਈਆਂ ਨੇ, ਉਹਨਾਂ ਐਬਰੀਵੀਏਸ਼ਨਸ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਗਿਵ ਅ ਸੂਟੇਬਲ ਟਾਈਟਲ, ਤੁਹਾਡਾ ਟਾਈਟਲ ਹੈ ਜੋ ਉਹ ਬਿਲਕੁਲ ਸੂਟੇਬਲ ਹੋਣਾ ਚਾਹੀਦਾ ਹੈ।
नो सेंटेंसेस राजे नोट मेकिंग दे विच असी बहुत ही लंबे लंबे सेंटेंसेस नहीं लिखने। अवॉइड सेंटेंसेस एंड फ्रेजेस, असी सिर्फ अपने मेन पॉइंट्स वर्ड्स दे विच ही लिखने हैं। वो एक या दो या मैक्सिमम 3 वर्ड्स दे विच अपने पॉइंट्स होने चाहिए आ। बहुत ही लंबे लंबे सेंटेंसेस लिखन तो ग्रेज करो। इंडेंटिंग वेरी इंपॉर्टेंट, इंडेंटिंग जो है वो बहुत इंपॉर्टेंट है। इंडेंटिंग का मतलब प्रॉपर स्पेसिंग, जिस नाल सानू पता लगे कि मेन पॉइंट किहड़ा है और सब पॉइंट किहड़ा है और सब पॉइंट दे सब पॉइंट्स किहड़े हैं। दैट्स वाई इंडेंटिंग और प्रॉपर स्पेसिंग इज़ वेरी इंपॉर्टेंट इन नोट मेकिंग। टाइटल्स एंड सब टाइटल्स शुड बी शॉर्ट। अपना जो टाइटल है या उसके सब टाइटल्स ने वो बहुत शॉर्ट होने चाहिए ने। ਇੱਦਾਂ नहीं कि तुसी फर्स्ट लाइन पूरी दी पूरी ही टाइटल दे विच दे दो, वो सिर्फ 1 2 या 3 वर्ड्स का ही टाइटल होना चाहिए। अपना पॉइंट्स शुड बी शॉर्ट, जेडे तुसी पॉइंट्स या सब पॉइंट्स लिख रहे हो वो भी अपने शॉर्ट ही होने चाहिए हैं, जस्ट कि तुसी आइडिया लै सको कि इस पॉइंट के अंडर मैं की डिटेल लिखनी है। की टू एब्रीविएशनस मैक्सिमम 10 मिनिमम 6। एब्रीविएशनस मैं तुहानू दस्सिया सी बेटा, लॉन्ग वर्ड्स नू जदों आपां शॉर्ट दे विच लिखते हाँ तो उसनू एब्रीविएशन बोलते हैं। वो मैक्सिमम तुहाड़ियां 10 होनियां चाहिए अते मिनिमम 6। सो दीज आर द मेन स्टैप्स ऑफ नोट मेकिंग। करैक्टरिस्टिक्स ऑफ गुड नोट्स, किहड़े ਉਹ पॉइंट्स ने या किहड़ियां ਉਹ ਗੱਲਾਂ ने ਜਿਹੜੀਆਂ ਸਾਡੀ नोट मेकिंग ਨੂੰ इंप्रैसिव बनांदियां। शॉर्ट एंड कॉम्पैक्ट, गुड नोट्स मस्ट बी शॉर्ट एंड कॉम्पैक्ट। आप पहला भी यह पॉइंट पढ़िया है कि अपना नोट मेकिंग शॉर्ट अते कॉम्पैक्ट होना चाहिए है, ब्रीफ होना चाहिए है। शॉर्ट टाइटल, शॉर्ट पॉइंट्स, शॉर्ट सब हैडिंग्स या शॉर्ट हैडिंग्स या बहुत वड्डे सेंटेंसिस या बहुत वड्डियां फ्रेजिज असी नोट मेकिंग दे विच नहीं लिखनियां। कंप्लीट इन्फॉर्मेशन, दे मस्ट कंटेन ऑल द इंपॉर्टेंट इन्फॉर्मेशन। अपने पैसेज दे विचों कोई भी इंपॉर्टेंट इन्फॉर्मेशन है जिहड़ी वो नोट्स दे विच रहनी नहीं चाहिए। साडे नोट मेकिंग दे विच साडे पैसेज दे हरेक मेन पॉइंट, हरेक सब पॉइंट, हरेक इंपॉर्टेंट जो जरूरी जानकारी है साडे पैसेज दी वो होनी चाहिए है। लॉजिकल, दे मस्ट बी प्रेजेंटेड इन अ लॉजिकल वे। किसी भी पैसेज की जो डिटेल है उसनू असी एक लॉजिकल तरीके नाल ही लिखना है, उसनू सिमेट्रिकल तरीके नाल ही लिखना है। ये नहीं कि जिहड़ी भी इंपॉर्टेंट इन्फॉर्मेशन तुहानू दिख रही है पहला उसनू लिखता, फिर उपरली लाइन दे विच कोई इंपॉर्टेंट इन्फॉर्मेशन तुहानू लगी वो लिखती, फिर लास्ट लाइन की इन्फॉर्मेशन लिखती। ये नहीं, जो स्टार्टिंग दे विच इन्फॉर्मेशन है उसनू पहला लिखो, फिर सेंटर, दैन एंड। इट शुड बी इन अ लॉजिकल वे। अंडरस्टैंडेबल, दे शुड बी अंडरस्टैंडेबल वैन कंसल्टेड एट अ लेटर स्टेज। मैं बार बार ये गल कह रही हाँ बेटा, तुसी अपने नोट्स इस तरीके नाल बनाने ने कि जब तुसी उन्हां नूं महीने बाद, 2 महीने बाद या 6 महीने बाद भी देखो तो तुहानूं मेन पॉइंट्स या सब पॉइंट्स देख के तुरंत समझ आ जाए कि मैं इन्हां पॉइंट्स के अंडर की लिखना है। जे तुहानूं यही समझ नहीं आएगा फिर तुहाडे नोट्स बनाने का कोई फायदा नहीं है। क्योंकि साडे नोट मेकिंग का रीज़न की है, असी नोट्स क्यों बना रहे हाँ, क्योंकि असी बहुत वड्डे पैसेज नूं या बहुत वड्डे क्वेश्चन नूं लर्न नहीं कर सकते, इसलिए असी उसके मेन पॉइंट्स अते उन्हां दे सब पॉइंट्स नूं नोट कर लैंदे हाँ। असी उसका टाइटल नोट कर लैंदे हाँ ताकि लेटर ऑन जद भी सानू रिवीजन वेले, टैसट वेले या एग्जाम्स वेले उस क्वेश्चन नूं रिवाइज़ करन दी लोड़ पवे तां सानू पूरा दा पूरा पैसेज रीड करन दी लोड़ नहीं। असी सिर्फ उसदे मेन पॉइंट्स से सब पॉइंट्स रीड करके ही अपना क्वेश्चन रिवाइज़ कर सकते हाँ। We have 5 hours of note making. It seems very interesting. Let us read the 5 hours. First hour is read. सब तो पहला read the passage carefully. सब तो पहला passage नूं ध्यान नाल read करो. Second hour is reduce. Summarize the ideas and facts. अपने passage नूं summarize कर लो, उसनूं reduce कर लो. Third hour is recite. Recite all the information in your own words without looking at योर नोट्स और द टेक्स्ट। पूरी दी पूरी जो इन्फॉर्मेशन है उसनों आपदे वर्ड्स दे विच तुसी रिसाइट करन दी कोशिश करो बिना उस पैसेज नूं या नोट्स नूं देखे। फोर्थ आवर इज़ रिफ्लैक्ट। थिंक अबाउट योर ओन ओपीनियंस एंड आइडियाज़ एज यू रीड ओवर योर नोट्स। अपने नोट्स नूं रीड करते हुए या अपने पैसेज नूं रीड करते हुए तुहाडे दिमाग दे विच कोई भी होर आइडिया या ओपीनियन आंदा है तो उसनूं डिवेलप करो। Fifth hour is review, that is revision. Before reading or studying new material, take 10 minutes to quickly revise your old notes. Revision enhances your retention of old material while adding new material to your memory. किसी भी सबजैक्ट का नवा मटीरियल रीड करन तो पहला
ਉਸ ਟੌਪਿਕ ਦੇ ਆਪਣੇ ਪੁਰਾਣੇ ਜੋ ਨੋਟਸ ਨੇ ਉਹਨਾਂ ਨੂੰ ਰੀਡ ਕਰ ਲਓ। ਰਿਵੀਜ਼ਨ ਕਰਨ ਨਾਲ ਤੁਹਾਡੀ ਜੋ ਮੈਮਰੀ ਆ ਰਿਕॉल ਹੋ ਜਾਏਗੀ ਐਂਡ ਵਿਲ ਬੀ ਏਬਲ ਟੂ ਐਡ ਮੋਰ ਟੂ ਯੋਰ ਨਿਊ ਮਟੀਰੀਅਲ। Next we have a passage for practice. Read out the passage carefully and note down the main points and the sub points of the passage. Give a suitable and short title. Your ideas, your points should be short and compact. Note down the facts and ideas of the passage. Quickly read the passage. Let me help you read the paragraph. The World Health Organization estimates that 4.6 million people die each year from causes directly attributable to air pollution. Many of these mortalities are attributable to indoor air pollution. Worldwide, more deaths per year are linked to air pollution than to automobile accidents. Research published in 2005 suggests that 310,000 Europeans die from air pollution annually. Direct causes of air pollution related deaths include aggravated asthma, bronchitis, emphysema, lung and heart disease, and respiratory allergies. The worst short-term civilian pollution crisis in India was the 1984 Bhopal disaster. Leaked industrial vapors from the Union Carbide factory belonging to Union Carbide Incorporation USA killed more than 2,000 people outright and injured anywhere from 150,000 to 6 lakh others, some 6,000 of whom would later die from their injuries. The United Kingdom suffered its worst air pollution even when the December 4th Great Smog of 1952 formed over London. In 6 days, more than 4,000 died and 8,000 more died within the following months. An accidental leak of anthrax spores from a biological warfare laboratory in the former USSR in 1979 near Sverdlovsk is believed to have been the cause of hundreds of civilian deaths. ਬੇਟਾ ਦੇਖੋ ਇਸ ਪੈਰੇ ਦੇ ਵਿੱਚ ਆਪਾਂ ਨੂੰ ਦੱਸਿਆ ਹੈ ਕਿ WHO ਦੇ ਅਕੋਰਡਿੰਗ ਹਰ ਸਾਲ 4.6 ਮਿਲੀਅਨ ਲੋਕ ਨੇ ਜਿਹੜੇ ਉਹ 에ਅਰ ਪੋਲਿਊਸ਼ਨ ਕਰਕੇ ਮਰਦੇ ਹਨ। 에ਅਰ ਪੋਲਿਊਸ਼ਨ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਐਸਥਮਾ, ਬ੍ਰੋਂਕਾਈਟਸ, ਐਮਫੈਸੇਮਾ, ਲੰਗਸ ਜਾਂ ਹਾਰਟ ਦੀਆਂ ਜਾਂ ਸਾਹ ਦੀਆਂ ਪ੍ਰੋਬਲਮਸ ਹੁੰਦੀਆਂ ਹਨ ਜਿਨ੍ਹਾਂ ਕਾਰਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਕਈ ਵਾਰ ਫੈਕਟਰੀਜ਼ ਦੇ ਵਿੱਚ ਵੀ ਕੋਈ ਗੈਸ ਲੀਕ ਹੋਣ ਕਰਕੇ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਪੈਰੇ ਦੇ ਵਿੱਚ ਆਪਾਂ ਨੂੰ 에ਅਰ ਪੋਲਿਊਸ਼ਨ ਨਾਲ ਹੋਣ ਵਾਲੀਆਂ ਮੌਤਾਂ ਦੀ ਡਿਟੇਲ ਬਾਰੇ ਦੱਸਿਆ ਗਿਆ ਹੈ। Students, I would like you to give your ears to the pronunciation of difficult words in this passage. It will give double benefit to you. Mortalities, mortalities. Europeans, Europeans. Bronchitis, bronchitis. Emphysema, emphysema. Disaster, disaster. Anthrax, anthrax. Sverdlovsk, Sverdlovsk. Students, practice the pronunciation of underlined words at your homes. Let me give you some cues. Complete the points. We have a title. Write the title, main points and subpoints, and then subpoints of the subpoints. Practice the passage at your homes and try to make notes of unsolved passages given in your book. At last, let me give you some points to make your notes user friendly. Make your notes brief and be selective. Keep them well spaced so you can see individual point and add more details later if necessary. Show the relationships between the main points and the subpoints or other points. Use your own words to summarize. Read through to make sure they are clear. File with care. Use a logical system so you can find them when you need them, but keep it simple.
ਹਾਂਜੀ ਬੇਟਾ, ਤੁਹਾਡੇ ਨੋਟਸ ਨੂੰ ਯੂਜ਼ਰ ਫਰੈਂਡਲੀ ਬਣਾਉਣ ਦੇ ਲਈ ਕੁਝ ਪੁਆਇੰਟਸ ਨੇ। ਆਪਣੇ ਪੁਆਇੰਟਸ ਨੂੰ, ਹੈਡਿੰਗਸ ਨੂੰ, ਸਬ ਹੈਡਿੰਗਸ ਨੂੰ ਹਮੇਸ਼ਾ ਬਰੀਫ ਰੱਖੋ। ਕੀਪ ਦੈਮ ਸ਼ਾਰਟ। ਵਰਡਸ ਤੋਂ ਬਾਅਦ, ਲਾਈਨਸ ਤੋਂ ਬਾਅਦ ਸਪੇਸਿੰਗ ਦਾ ਧਿਆਨ ਰੱਖੋ। ਸਪੇਸਿੰਗ ਦੇ ਨਾਲ ਹੀ ਪਤਾ ਚੱਲੇਗਾ ਕਿ ਮੇਨ ਪੁਆਇੰਟ ਕਿਹੜਾ ਹੈ ਔਰ ਉਸਦੇ ਸਬ ਪੁਆਇੰਟਸ ਕਿਹੜੇ ਨੇਗੇ। ਜੋ ਵੀ ਤੁਸੀਂ ਮੇਨ ਪੁਆਇੰਟ ਲਿਖ ਰਹੇ ਹੋ ਉਸਦੀ ਡਿਟੇਲ ਨਾਲ ਲਿੰਕ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕੌਜ਼ਿਜ਼ ਲਿਖ ਰਹੇ ਹੋ ਤਾਂ ਉਹਦੇ ਕੌਜ਼ਿਜ਼ ਐਕਸਪਲੇਨ ਕਰੋ, ਜੇ ਰਿਜ਼ਲਟਸ ਲਿਖ ਰਹੇ ਹੋ ਤਾਂ ਉਹਦੇ ਰਿਜ਼ਲਟਸ ਐਕਸਪਲੇਨ ਕਰੋ। ਤੁਸੀਂ ਆਪਣੇ ਪੈਸੇਜ ਨੂੰ ਆਪਣੇ ਤਰੀਕੇ ਨਾਲ ਸਮਰਾਈਜ਼ ਕਰ ਸਕਦੇ ਹੋ, ਬਟ ਜਿਵੇਂ ਕਿ ਆਪਾਂ ਪਹਿਲਾਂ ਵੀ ਰੀਡ ਕੀਤਾ, ਤੁਸੀਂ ਵੋਕੈਬਲਰੀ ਚੇਂਜ ਨਹੀਂ ਕਰਨੀ। ਇਹ ਨਾ ਹੋਵੇ ਕਿ ਤੁਸੀਂ ਵੋਕੈਬਲਰੀ ਚੇਂਜ ਕਰੋ ਔਰ ਤੁਹਾਡੇ ਪੈਸੇਜ ਦਾ ਮੀਨਿੰਗ ਹੀ ਚੇਂਜ ਹੋ ਜਾਵੇ। ਆਪਣੇ ਪੈਸੇਜ ਨੂੰ ਬਾਰ-ਬਾਰ ਧਿਆਨ ਨਾਲ ਰੀਡ ਕਰੋ। ਜੋ ਵੀ ਤੁਸੀਂ ਪੁਆਇੰਟਸ ਲਿਖਣੇ ਆ ਉਹਨੂੰ ਲੌਜੀਕਲ ਤਰੀਕੇ ਨਾਲ ਲਿਖੋ, ਰੀਜ਼ਨੇਬਲ ਤਰੀਕੇ ਨਾਲ ਲਿਖੋ। ਇਹ ਸਭ ਕੁਝ ਗੱਲਾਂ ਨੇ ਬੇਟਾ, ਜੇ ਤੁਸੀਂ ਧਿਆਨ 'ਚ ਰੱਖੋਗੇ ਤਾਂ ਤੁਹਾਡੀ ਨੋਟ ਮੇਕਿੰਗ ਬਹੁਤ ਅੱਛੀ ਹੋਏਗੀ ਐਂਡ ਇਟ ਵਿਲ ਬੀ ਵੈਰੀ ਯੂਜ਼ਫੁਲ ਫॉर ਯੂ। Students, this is your homework. Pick up the passage democracy from your grammar books and practice at home. Follow these formats and steps. So students, that was all about today's session. I hope you understood the topic and you will definitely get good score in your board exams. All the best. Stay home, stay safe, stay connected. Thank you.